ਸਟੂਡੈਂਟਸ ਤਾਂ ਅੱਜ ਅਸੀਂ ਨੈਸ ਦੇ ਜੋ ਕੁਝ ਇੰਪੋਰਟੈਂਟ ਕੁਐਸਚਨ ਆ ਉਹ ਸਟੱਡੀ ਕਰਾਂਗੇ। ਤਾਂ ਉਸ ਨਾਲ ਰਿਲੇਟਡ ਕਨਸੈਪਟ ਆ ਜੋ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੋਈ ਵੀ ਕੁਐਸਚਨ ਆ ਇਸ ਦੇ ਨਾਲ ਰਿਲੇਟਡ ਅਗਰ ਤੁਹਾਨੂੰ ਕਿਸੇ ਵੀ ਐਗਜ਼ਾਮ ਵਿੱਚ ਆਏਗਾ ਤਾਂ ਤੁਹਾਡਾ ਉਹ ਰੋਂਗ ਨਹੀਂ ਹੋਏਗਾ ਅਗਰ ਤੁਸੀਂ ਕਨਸੈਪਟ ਨੂੰ ਧਿਆਨ ਨਾਲ ਸਮਝ ਲਿਆ। ਤਾਂ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਤਾਂ ਪਹਿਲਾ ਕੁਐਸਚਨ ਹੈ, ਚਿੱਤਰ ਵਿੱਚ ਦਿਖਾਈ ਅਪਘਟਨ ਕਿਰਿਆ ਦੌਰਾਨ ਕਿਹੜੀ ਗੈਸ ਜਾਂ ਗੈਸਾਂ ਨਿਕਲਦੀਆਂ ਹਨ? ਨੇਮ ਦਾ ਗੈਸ ਔਰ ਗੈਸਸ ਇਵੋਲਵਡ ਡੂਰਿੰਗ ਦਾ ਡੀਕੰਪੋਜੀਸ਼ਨ ਰਿਐਕਸ਼ਨ। ਤਾਂ ਜਦ ਫੈਰਸ ਸਲਫੇਟ ਨੂੰ ਹੀਟ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਕੀ ਆ, ਇੱਕ ਤਾਂ ਫੈਰਸ ਆਕਸਾਈਡ ਬਣਦਾ Fe2O3 ਪਲੱਸ ਸਲਫਰ ਡਾਈਆਕਸਾਈਡ ਐਂਡ ਪਲੱਸ ਸਲਫਰ ਟ੍ਰਾਈਆਕਸਾਈਡ ਵੀ ਬਣਦਾ SO3 ਵੀ ਬਣਦਾ। ਤਾਂ ਦੋਨੋਂ ਗੈਸਾਂ ਨਿਕਲਦੀਆਂ SO2 ਐਂਡ SO3। ਤਾਂ ਫੋਰਥ ਆਪਸ਼ਨ ਆ ਜਿਹੜਾ ਸਾਡਾ ਉਹ ਸਹੀ ਹੋਏਗਾ। ਇੱਕ ਡੀਕੰਪੋਜੀਸ਼ਨ ਰਿਐਕਸ਼ਨ ਦੀ ਜੋ ਡੀਕੰਪੋਜੀਸ਼ਨ ਰਿਐਕਸ਼ਨ ਆ ਉਸ ਦੀ ਇੱਕ ਐਗਜ਼ਾਮਪਲ ਵੀ ਹੈ। ਡੀਕੰਪੋਜੀਸ਼ਨ ਕੀ ਹੁੰਦਾ, ਜਿਸ ਵਿੱਚ ਜੋ ਰਿਐਕਟੈਂਟ ਹੁੰਦਾ ਉਹ ਇੱਕ ਹੁੰਦਾ ਤੇ ਪ੍ਰੋਡਕਟ ਇੱਕ ਤੋਂ ਜ਼ਿਆਦਾ ਬਣਦੇ ਨੇ, ਡੀਕੰਪੋਜ਼ ਹੋ ਜਾਂਦੀ ਆ, ਬ੍ਰੇਕਡਾਊਨ ਹੋ ਜਾਂਦਾ। ਨੈਕਸਟ ਦੇਖਦੇ ਹਾਂ। ਜਮਾਤ ਵਿੱਚ ਅਧਿਆਪਕ ਨੇ ਦੱਸਿਆ ਕਿ ਲੋਹੇ ਨੂੰ ਜੰਗਾਲ ਉਦੋਂ ਲੱਗਦੀ ਹੈ ਜਦੋਂ ਲੋਹਾ ਆਕਸੀਜਨ ਤੇ ਪਾਣੀ ਨਾਲ ਪ੍ਰਤੀਕਿਰਿਆ ਕਰਦਾ ਹੈ। ਇਸ ਰਸਾਇਣਿਕ ਕਿਰਿਆ ਦੀ ਕਿਸਮ ਅਤੇ ਇਸ ਦੀ ਰਸਾਇਣਿਕ ਸਮੀਕਰਨ ਲਿਖੋ। The teacher explained in the class that rusting occurs when iron reacts with oxygen and water. What is the type of chemical reaction and write the chemical equation for this chemical reaction? ਤਾਂ ਰਸਟਿੰਗ ਹੁੰਦੀ ਹੈ ਜਦੋਂ ਲੋਹੇ ਨੂੰ ਜਰ ਲੱਗਦੀ ਹੈ ਤਾਂ ਉਸ ਦੀ ਅਸੀਂ ਰਿਐਕਸ਼ਨ ਲਿਖਣੀ ਹੈ। ਤਾਂ ਦੇਖੋ ਪਹਿਲਾਂ ਤਾਂ ਜਰ ਕਿਸ ਨੂੰ ਲੱਗ ਰਹੀ ਹੈ, ਲੋਹੇ ਨੂੰ, ਤਾਂ ਆਇਰਨ ਤਾਂ ਹੋਏਗੀ। ਤਾਂ ਆਇਰਨ ਦਾ ਸਿੰਬਲ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੈ, Fe। ਤਾਂ ਆਇਰਨ ਦਾ ਸਿੰਬਲ ਕੀ ਹੈ, Fe। ਤਾਂ ਦੇਖੋ ਪਹਿਲਾਂ ਤਾਂ ਸਾਰੀਆਂ ਬਾਕੀ ਜੋ ਪਾਰਟ ਨੇ ਉਹ ਲਿਮੀਨੇਟ ਹੀ ਹੋ ਜਾਣਗੇ ਕਿਉਂਕਿ ਇਸ ਵਿੱਚ ਜ਼ਿੰਕ ਆ, ਇਸ ਵਿੱਚ ਮੈਗਨੀਸ਼ੀਅਮ ਆ, ਇਹ H2O2 ਆ, ਤੇ ਸੈਕਿੰਡ ਤੇ ਇਸ ਵਿੱਚ ਹੀ ਆਇਰਨ ਆ। ਤਾਂ ਇਹੀ ਰਿਐਕਸ਼ਨ ਹੋਵੇਗੀ। ਫਿਰ ਆਪਾਂ ਇਹਨਾਂ ਦੀ ਡਿਟੇਲ ਵੀ ਦੇਖਦੇ ਹਾਂ ਇੱਕ ਇੱਕ ਰਿਐਕਸ਼ਨਸ ਦੀ। ਤਾਂ ਦੇਖੋ ਪਹਿਲੀ ਰਿਐਕਸ਼ਨ ਆ ਜਿਹੜੀ ਉਹ ਕੀ ਕਿਹਾ ਹੋਇਆ ਸਾਨੂੰ, ਵਿਸਥਾਪਨ ਕਿਰਿਆ, ਡਿਸਪਲੇਸਮੈਂਟ ਰਿਐਕਸ਼ਨ ਆ। ਡਿਸਪਲੇਸਮੈਂਟ 'ਚ ਕੀ ਹੁੰਦਾ, ਜੋ ਮੋਰ ਰਿਐਕਟਿਵ ਆ, ਜ਼ਿਆਦਾ ਕਿਰਿਆਸ਼ੀਲ ਆ, ਉਹ ਘੱਟ ਕਿਰਿਆਸ਼ੀਲ ਲੈਸ ਰਿਐਕਟਿਵ ਨੂੰ ਡਿਸਪਲੇਸ ਕਰ ਦਿੰਦਾ। ਤਾਂ ਇਹ ਰਿਐਕਸ਼ਨ ਸਹੀ ਹੈ। ਜੋ ਜ਼ਿੰਕ ਆ ਉਹ ਹਾਈਡਰੋਜਨ ਨੂੰ ਇੱਥੋਂ ਕੀ ਕਰ ਰਿਹਾ, ਡਿਸਪਲੇਸ ਕਰ ਰਿਹਾ। ਹਾਈਡਰੋਜਨ ਦੇਖੋ ਵਿੱਚੋਂ ਆਊਟ ਆ ਗਿਆ ਤੇ ਹਾਈਡਰੋਜਨ ਦੀ ਜਗ੍ਹਾ ਕੌਣ ਚਲਾ ਗਿਆ, ਜ਼ਿੰਕ ਚਲਾ ਗਿਆ। ਜ਼ਿੰਕ ਨੇ ਉਸ ਨੂੰ ਡਿਸਪਲੇਸ ਕਰਤਾ, ਉਸ ਦਾ ਵਿਸਥਾਪਨ ਕਰਤਾ। ਤਾਂ ਇਹ ਵਿਸਥਾਪਨ ਰਿਐਕਸ਼ਨ ਆ। ਤਾਂ ਧਿਆਨ ਰੱਖਣਾ, ਵਿਸਥਾਪਨ ਰਿਐਕਸ਼ਨ 'ਚ ਕੀ ਹੁੰਦਾ, ਇੱਕ ਘੱਟ ਰਿਐਕਟਿਵ ਵਾਲਾ ਜੋ ਐਲੀਮੈਂਟ ਆ ਉਹ ਜ਼ਿਆਦਾ ਰਿਐਕਟਿਵ ਨੂੰ ਕੀ ਕੱਢ ਦਿੰਦਾ, ਆਊਟ ਕਰ ਦਿੰਦਾ। ਜਿਵੇਂ ਜ਼ਿੰਕ ਜ਼ਿਆਦਾ ਰਿਐਕਟਿਵ ਸੀ ਹਾਈਡਰੋਜਨ ਨਾਲੋਂ ਤਾਂ ਹਾਈਡਰੋਜਨ ਨੂੰ ਉਸਨੇ ਡਿਸਪਲੇਸ ਕਰਤਾ। ਨੈਕਸਟ ਹੈਗਾ ਸੰਯੋਜਨ ਕਿਰਿਆ। ਸੰਯੋਜਨ ਕੀ ਹੁੰਦਾ, ਕੰਬੀਨੇਸ਼ਨ। ਕੰਬੀਨੇਸ਼ਨ ਕੀ ਹੁੰਦਾ, ਇੱਕ ਜਾਂ ਇੱਕ ਤੋਂ ਜ਼ਿਆਦਾ ਜੋ ਰਿਐਕਟੈਂਟ ਹੁੰਦੇ ਉਹ ਮਿਲ ਕੇ ਇੱਕ ਤੋਂ ਜ਼ਿਆਦਾ ਰਿਐਕਟੈਂਟ ਮਿਲ ਕੇ, ਦੋ ਰਿਐਕਟੈਂਟ ਹੋ ਸਕਦੇ ਆ, 3 4, ਉਹ ਮਿਲ ਕੇ ਇੱਕ ਪ੍ਰੋਡਕਟ ਬਣਾਉਂਦੇ ਨੇ। ਤਾਂ ਦੇਖੋ ਇੱਥੇ ਮੈਗਨੀਸ਼ੀਅਮ ਤੇ ਆਕਸੀਜਨ ਤਾਂ ਕਿੰਨੇ ਨੇ, 2 ਰਿਐਕਟੈਂਟ ਨੇ ਮਿਲ ਕੇ ਇੱਕ ਕੀ ਬਣਾ ਦਿੱਤਾ, ਪ੍ਰੋਡਕਟ ਬਣਾ ਦਿੱਤਾ। ਤਾਂ ਕਿਹੜੀ ਰਿਐਕਸ਼ਨ ਹੈ, ਕੰਬੀਨੇਸ਼ਨ ਰਿਐਕਸ਼ਨ। ਨੈਕਸਟ ਹੈਗਾ ਅਪਘਟਨ। ਅਪਘਟਨ ਅਸੀਂ ਪਿੱਛੇ ਵੀ ਕੀਤਾ ਸੀ, ਡੀਕੰਪੋਜੀਸ਼ਨ ਰਿਐਕਸ਼ਨ। ਤਾਂ ਡੀਕੰਪੋਜੀਸ਼ਨ ਰਿਐਕਸ਼ਨ ਕੀ ਹੁੰਦੀ ਆ, ਜਿਸ ਵਿੱਚ ਇੱਕ ਰਿਐਕਟੈਂਟ ਹੁੰਦਾ ਤੇ ਇੱਕ ਤੋਂ ਜ਼ਿਆਦਾ ਕੀ ਬਣਦੇ ਨੇ, ਪ੍ਰੋਡਕਟ ਬਣਦੇ ਨੇ। ਜਿਵੇਂ ਇਸ ਵਿੱਚ ਹੈ ਤਾਂ ਰਿਐਕਟੈਂਟ ਕੀ ਹੈ, ਇੱਕ ਹੈ, ਤੇ ਪ੍ਰੋਡਕਟ ਕਿੰਨੇ ਬਣ ਰਹੇ ਨੇ, ਦੇਖੋ 2। ਤਾਂ ਇੱਕ ਇਹ ਹੈ, ਇੱਕ ਇਹ ਹੈ, ਤਾਂ 2 ਤਰ੍ਹਾਂ ਦੇ ਪ੍ਰੋਡਕਟ ਬਣ ਰਹੇ ਆ। ਤਾਂ ਕਿਹੜੀ ਰਿਐਕਸ਼ਨ ਆ, ਡੀਕੰਪੋਜੀਸ਼ਨ। ਠੀਕ ਹੈ। ਤੇ ਡਿਸਪ੍ਰਪੋਰਸ਼ਨ ਰਿਐਕਸ਼ਨ ਵੀ ਹੈ, ਚਲੋ ਹਾਇਰ ਕਲਾਸਿਸ 'ਚ ਕਰਵਾਉਂਦੇ ਆ। ਤਾਂ ਨੈਕਸਟ ਦੇਖਦੇ ਹਾਂ ਅਸੀਂ, ਹਾਂਜੀ, ਰਿਡਾਕਸ ਰਿਐਕਸ਼ਨ। ਤਾਂ ਰਿਡਾਕਸ ਰਿਐਕਸ਼ਨ ਕੀ ਹੁੰਦੀ ਹੈ, 2 ਵਰਡ ਤੋਂ ਬਣਿਆ, RED ਰਿਡਕਸ਼ਨ, OX ਆਕਸੀਡੇਸ਼ਨ। ਤਾਂ ਜਿਸ ਵਿੱਚ ਦੋਨੋਂ ਚੀਜ਼ਾਂ ਹੋਣ, ਰਿਡਕਸ਼ਨ ਪਲੱਸ ਆਕਸੀਡੇਸ਼ਨ ਸਾਈਮਲਟੇਨੀਅਸਲੀ ਹੋਣ, ਉਸ ਨੂੰ ਅਸੀਂ ਕਿਹੜੀ ਰਿਐਕਸ਼ਨ ਕਹਿੰਦੇ ਆ, ਰਿਡਾਕਸ ਰਿਐਕਸ਼ਨ। ਨੈਕਸਟ ਦੇਖਦੇ ਹਾਂ, ਚੂਨੇ ਦੇ ਪਾਣੀ ਦਾ ਸਾਨੂੰ ਰਸਾਇਣਿਕ ਸੂਤਰ ਪੁੱਛਿਆ ਸੀ, ਕੈਮੀਕਲ ਫਾਰਮੂਲਾ ਪੁੱਛਿਆ ਸਾਨੂੰ ਕਿਸ ਚੀਜ਼ ਦਾ, ਲਾਈਮ ਵਾਟਰ ਦਾ। ਤਾਂ ਲਾਈਮ ਵਾਟਰ ਦੇਖੋ ਕੀ ਹੁੰਦਾ ਹੈ, ਜਦੋਂ ਕੈਲਸ਼ੀਅਮ ਆਕਸਾਈਡ ਹੈ ਜੋ ਉਸ ਨੂੰ ਵਾਟਰ ਵਿੱਚ ਪਾਉਂਦੇ ਆ। ਕੈਲਸ਼ੀਅਮ ਆਕਸਾਈਡ ਕੀ ਹੁੰਦਾ, ਜੋ ਕਲੀ ਹੁੰਦੀ ਹੈ ਕੰਧਾਂ ਤੇ ਵਾਈਟ ਵਾਸ਼ਿੰਗ ਲਈ ਵਰਤਦੇ ਆ,
ਉਹ ਵਾਲੀ ਨੂੰ ਜਦੋਂ ਪਾਣੀ 'ਚ ਪਾਉਂਦੇ ਆ ਤਾਂ ਸਾਡਾ ਕੀ ਬਣਦਾ, ਕੈਲਸ਼ੀਅਮ ਹਾਈਡਰੋਕਸਾਈਡ ਬਣਦਾ, ਜਿਸ ਨੂੰ ਲਾਈਮ ਵਾਟਰ ਕਹਿੰਦੇ ਆ। ਤਾਂ ਕੀ ਹੁੰਦਾ, Ca ਕੈਲਸ਼ੀਅਮ OH2। ਤਾਂ ਫਸਟ ਆਪਸ਼ਨ ਆ ਜੋ ਇਹ ਆਏਗੀ, ਇਹ ਸਾਡਾ ਲਾਈਮ ਵਾਟਰ ਹੁੰਦਾ ਹੈ। ਤਾਂ ਇਸ ਵਿੱਚੋਂ ਜਦੋਂ ਲਾਈਮ ਵਾਟਰ ਵਿੱਚੋਂ ਦੀ ਕਾਰਬਨ ਡਾਈਆਕਸਾਈਡ ਪਾਸ ਹੁੰਦੀ ਹੈ ਤਾਂ ਕੀ ਬਣਦਾ, ਸਾਡਾ ਕੈਲਸ਼ੀਅਮ ਕਾਰਬੋਨੇਟ ਬਣਦਾ। ਇਹ ਵੀ ਯਾਦ ਰੱਖਣਾ, CaCO3 ਕੈਲਸ਼ੀਅਮ ਕਾਰਬੋਨੇਟ ਬਣਦਾ, ਜਿਸ ਕਰਕੇ ਲਾਈਮ ਵਾਟਰ ਆ ਜੋ ਉਹ ਕੀ ਹੈ, ਮਿਲਕੀ ਹੋ ਜਾਂਦਾ, ਦੁਧੀਆ ਹੋ ਜਾਂਦਾ। ਕੰਧਾਂ 'ਤੇ ਵੀ ਜੋ ਰੰਗ ਆਉਂਦਾ ਹੈ, ਚਿੱਟਾ ਰੰਗ ਆਉਂਦਾ ਹੈ, ਵਾਈਟ ਵਾਸ਼ਿੰਗ ਕਰਨ ਤੋਂ ਬਾਅਦ, ਕਲੀ ਕਰਨ ਤੋਂ ਬਾਅਦ, ਉਹ ਵੀ ਕੈਲਸ਼ੀਅਮ ਕਾਰਬੋਨੇਟ ਬਣਨ ਕਰਕੇ ਹੀ ਆਉਂਦਾ ਹੈ। ਤਾਂ ਅਸੀਂ ਬਰੀਥਿੰਗ, ਸਾਹ ਰਾਹੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ, ਤਾਂ ਇਹ ਵੀ ਇਸੇ ਤੋਂ ਹੀ ਪ੍ਰੂਵ ਹੁੰਦਾ ਹੈ। ਜਦ ਅਸੀਂ ਜੋ ਬਰੀਥ ਆ ਸਾਡੀ, ਸਾਹ, ਉਹ ਹਵਾ ਨੂੰ ਅਸੀਂ ਕਿਸ ਵਿੱਚ ਦੀ ਪਾਸ ਕਰਦੇ ਹਾਂ, ਕੈਲਸ਼ੀਅਮ ਹਾਈਡਰੋਕਸਾਈਡ ਵਿੱਚ ਦੀ। ਤਾਂ ਇਸ ਦਾ ਕਲਰ ਕੀ ਹੋ ਜਾਂਦਾ, ਮਿਲਕੀ ਹੋ ਜਾਂਦਾ, ਦੁਧੀਆ ਕਿਉਂ ਹੁੰਦਾ, ਕਿਉਂਕਿ ਅਸੀਂ ਸਾਹ ਰਾਹੀਂ ਕੀ ਛੱਡਦੇ ਹਾਂ, ਕਾਰਬਨ ਡਾਈਆਕਸਾਈਡ। ਤਾਂ ਕਾਰਬਨ ਡਾਈਆਕਸਾਈਡ ਕੀ ਬਣਾ ਦਿੰਦੀ ਆ, ਕੈਲਸ਼ੀਅਮ ਹਾਈਡਰੋਕਸਾਈਡ ਨਾਲ ਮਿਲ ਕੇ CaCO3, ਜਿਸ ਕਰਕੇ ਕਲਰ ਹੈ ਮਿਲਕੀ ਹੋ ਜਾਂਦਾ ਹੈ ਇਸ ਦਾ। ਨੈਕਸਟ ਦੇਖਦੇ ਹਾਂ। ਹਾਂਜੀ, ਪ੍ਰਿਜ਼ਮ ਵਿੱਚੋਂ ਪਾਸ ਹੋਣ ਸਮੇਂ ਕਿਹੜਾ ਰੰਗ ਹੈ ਜੋ ਸਭ ਤੋਂ ਘੱਟ ਝੁਕਦਾ ਹੈ? ਵਿਚ ਕਲਰ ਸਫਰਸ ਲੀਸਟ ਡੈਵੀਏਸ਼ਨ ਔਨ ਪਾਸਿੰਗ ਦਾ ਥਰੂ ਦਾ ਪ੍ਰਿਜ਼ਮ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਸਪਲਿਟਿੰਗ ਆਫ 7 ਕਲਰ ਡਿਸਪਰਜਨ ਕੀ ਹੁੰਦਾ ਹੈ। ਤਾਂ ਜਦੋਂ ਪ੍ਰਿਜ਼ਮ ਵਿੱਚੋਂ ਵਾਈਟ ਲਾਈਟ ਪਾਸ ਹੁੰਦੀ ਹੈ ਤਾਂ ਉਹ 7 ਕਲਰ ਵਿੱਚ ਬ੍ਰੇਕ ਹੋ ਜਾਂਦੀ ਹੈ, ਜਿਸ ਨੂੰ ਅਸੀਂ ਡਿਸਪਰਜਨ ਕਹਿੰਦੇ ਹਾਂ। ਤਾਂ ਆਓ ਆਪਾਂ ਇੱਕ ਇਮੇਜ ਰਾਹੀਂ ਸਮਝਦੇ ਹਾਂ ਇਸ ਨੂੰ ਜੀ। ਇਹ ਹੈ ਸਾਡੀ ਇਮੇਜ ਆ ਜੋ ਡਿਸਪਰਜਨ ਆਫ ਲਾਈਟ ਦੀ, ਸਪਲਿਟਿੰਗ ਦਾ ਵਾਈਟ ਲਾਈਟ ਇਨਟੂ 7 ਕਲਰਸ। ਤਾਂ ਇਸ ਵਿੱਚ ਦੇਖੋ ਸਭ ਤੋਂ ਘੱਟ ਹੈ ਜੋ ਰੈੱਡ ਕਲਰ ਹੈ, ਉਹ ਲੀਸਟ ਆ ਜੋ ਬੈਂਡ ਹੁੰਦਾ, ਸਭ ਤੋਂ ਘੱਟ ਝੁਕਦਾ, ਮੁੜਦਾ। ਤਾਂ ਯਾਦ ਰੱਖਿਓ, ਵਿਬਗਯੌਰ ਜੋ 7 ਕਲਰ ਆ ਉਸ ਨੂੰ ਯਾਦ ਰੱਖਣ ਦਾ ਤਰੀਕਾ ਕੀ ਆ, ਵਿਬਗਯੌਰ ਲਿਖ ਲੈਣਾ। ਤਾਂ ਇਸ ਸਾਈਡ ਜਾਂਦੇ ਆ ਜਦੋਂ ਵੇਵ ਲੈਂਥ ਆ ਜੋ ਉਸ ਦੀ ਵੱਧਦੀ ਹੈ ਕਲਰਸ ਦੀ, ਤੇ ਜੋ એનર્ਜੀ ਆ ਉਹ ਘਟਦੀ ਹੈ। એનર્ਜੀ ਇਸ ਡਾਇਰੈਕਸ਼ਨ ਵਿੱਚ ਵੱਧਦੀ ਆ, ਆਪੋਜਿਟ ਡਾਇਰੈਕਸ਼ਨ 'ਚ। ਤਾਂ ਵੇਵ ਲੈਂਥ ਵਿਬਗਯੌਰ ਵੱਲ ਜਾਂਦੇ ਆ ਤਾਂ ਇਸ ਵੱਲ ਵੱਧਦੀ ਆ, ਤੇ એનર્ਜੀ ਇਸ ਦੇ ਆਪੋਜਿਟ ਵੱਧਦੀ ਆ। ਤਾਂ ਯਾਦ ਰੱਖਿਓ, ਜਿਸ ਦੀ ਵੇਵ ਲੈਂਥ ਜ਼ਿਆਦਾ ਹੁੰਦੀ ਹੈ ਉਹ ਲੀਸਟ, ਸਭ ਤੋਂ ਘੱਟ ਬੈਂਡ ਹੁੰਦਾ, ਸਭ ਤੋਂ ਘੱਟ ਮੁੜਦਾ। ਤਾਂ ਰੈੱਡ ਕਲਰ ਆ, ਇਸ ਦੀ ਜੋ ਵੇਵ ਲੈਂਥ ਆ, ਜਿਸ ਨੂੰ ਪੰਜਾਬੀ 'ਚ ਤਰੰਗ ਲੰਬਾਈ ਕਹਿੰਦੇ ਆ, ਉਹ ਸਭ ਤੋਂ ਘੱਟ ਹੁੰਦੀ ਆ। ਤਾਂ ਇਹ ਸਭ ਤੋਂ ਘੱਟ ਮੁੜਦਾ, ਸਭ ਤੋਂ ਘੱਟ ਬੈਂਡ ਹੁੰਦਾ, ਤਾਂ ਰੈੱਡ ਕਲਰ। ਤੇ ਸਭ ਤੋਂ ਜ਼ਿਆਦਾ ਕੌਣ ਹੁੰਦਾ, ਵਾਇਲਟ, ਕਿਉਂਕਿ ਇਸ ਦੀ ਵੇਵ ਲੈਂਥ ਆ ਜੋ ਤਰੰਗ ਲੰਬਾਈ ਆ ਉਹ ਸਭ ਤੋਂ ਜ਼ਿਆਦਾ ਹੁੰਦੀ ਆ ਵਾਇਲਟ ਕਲਰ ਦੀ, ਤਾਂ ਸਭ ਤੋਂ ਜ਼ਿਆਦਾ ਬੈਂਡ ਹੁੰਦਾ ਹੈ। ਨੈਕਸਟ ਹੈ ਸਾਡਾ ਜੋ ਡਵਰਨੀਅਰ ਆ ਉਸ ਦੀ ਤਿੱਕੜੀ ਨਹੀਂ ਹੈ, ਇਹ ਪੁੱਛਿਆ। ਆਇਡੈਂਟੀਫਾਈ ਦਾ ਗਰੁੱਪ ਵਿੱਚ ਇਜ਼ ਨਾਟ ਏ ਡਵਰਨੀਅਰ ਟਰਾਈਡਸ। ਤਾਂ ਦੇਖੋ ਕੀ ਹੁੰਦੇ ਨੇ, ਜੋ ਡਵਰਨੀਅਰ ਆ ਉਸਨੇ ਇੱਕ ਤਿੱਕੜੀਆਂ ਬਣਾਈਆਂ ਸੀ ਜਿਨ੍ਹਾਂ ਦੀਆਂ ਪ੍ਰੋਪਰਟੀਆਂ ਸੇਮ ਸੀ। ਸਭ ਤੋਂ ਪਹਿਲਾਂ ਜੋ ਕਲਾਸੀਫਿਕੇਸ਼ਨ ਕਰਨ ਦੇ ਵਿੱਚ ਕਾਮਯਾਬ ਜੋ ਸਾਇੰਟਿਸਟ ਸੀ ਉਹ ਸੀਗੇ ਡਵਰਨੀਅਰ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਲੀਥੀਅਮ, ਸੋਡੀਅਮ ਤੇ ਪੋਟਾਸ਼ੀਅਮ, ਇਹਨਾਂ ਦੀ ਇੱਕ ਤਿੱਕੜੀ ਬਣਾਈ ਸੀ। ਤਿੱਕੜੀਆਂ ਕੀ ਹੁੰਦੀਆਂ, ਉਹ ਐਲੀਮੈਂਟ ਹੁੰਦੇ ਨੇ ਜਿਨ੍ਹਾਂ ਦੀਆਂ ਪ੍ਰੋਪਰਟੀਆਂ ਬਿਲਕੁਲ ਸੇਮ ਹੁੰਦੀਆਂ ਨੇ। ਤਾਂ ਇਹ ਤਿੰਨੋਂ ਆ, ਜਿਸ ਤਰ੍ਹਾਂ ਇੱਕ ਇਲੈਕਟ੍ਰੋਨ ਲੂਜ਼ ਕਰਦੇ ਹਮੇਸ਼ਾ ਇੱਕ ਇਲੈਕਟ੍ਰੋਨ ਦਿੰਦੇ ਨੇ। ਸੈਕਿੰਡ ਤੇ ਕੀ ਹੁੰਦਾ, ਇਸ ਦੀ ਪ੍ਰੋਪਰਟੀ ਜੋ ਮਾਸ ਹੈ ਮਿਡਲ ਦਾ, ਇਹ ਵਾਲੇ ਦਾ ਮਾਸ ਹੁੰਦਾ, ਉਹ ਕੀ ਹੁੰਦਾ, ਐਵਰੇਜ ਹੁੰਦਾ, ਮੀਨ ਹੁੰਦਾ ਪਹਿਲੇ ਤੇ ਲਾਸਟ ਦਾ। ਜਿਸ ਤਰ੍ਹਾਂ ਲੀਥੀਅਮ ਦਾ ਜੋ ਮਾਸ ਹੈ ਉਹ ਕਿੰਨਾ ਹੁੰਦਾ ਹੈ, ਤਾਂ 7 ਹੁੰਦਾ ਹੈ। ਪੋਟਾਸ਼ੀਅਮ ਹੈ ਜੋ, ਉਸ ਦਾ ਮਾਸ ਆ ਕਿੰਨਾ ਹੁੰਦਾ, 39 ਹੁੰਦਾ ਹੈ। ਜੋ ਸੋਡੀਅਮ ਆ ਉਸ ਦਾ ਮਾਸ ਕਿੰਨਾ ਹੁੰਦਾ ਹੈ, 23। ਇਹ ਜੋ 23 ਹੈ ਇਹ ਐਵਰੇਜ ਹੈ 7 ਤੇ 39 ਦਾ। ਅਗਰ 7 ਤੇ 39 ਆ, ਇਸ ਨੂੰ ਪਲੱਸ ਕਰਕੇ 2 ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਆ ਜਾਏਗਾ, 46। 46 ਨੂੰ 2 ਨਾਲ ਡਿਵਾਈਡ ਕਰਾਂਗੇ, 46 ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ ਸਾਡਾ ਕਿੰਨਾ ਆ ਜਾਏਗਾ, 23 ਆ ਜਾਏਗਾ। ਤਾਂ ਸਾਨੂੰ ਇਹ ਪੁੱਛਿਆ ਕਿਹੜੇ ਕਿਹੜੇ ਡਵਰਨੀਅਰਸ ਨੇ। ਤਾਂ ਡਵਰਨੀਅਰਸ ਚੈੱਕ ਦੇ ਟਰਾਈਡਸ ਕਿਹੜੇ ਨੇ, ਤਿੱਕੜੀਆਂ ਕਿਹੜੀਆਂ। ਤਾਂ ਸਿੰਪਲ ਉਹਨਾਂ ਦੀਆਂ ਪ੍ਰੋਪਰਟੀਆਂ ਸੇਮ ਹੋਣੀਆਂ ਚਾਹੀਦੀਆਂ। ਤਾਂ ਇਹ ਵਾਲਾ ਵੀ ਡਵਰਨੀਅਰ ਨੇ ਦਿੱਤਾ ਸੀ, ਇਹ ਵਾਲਾ ਵੀ ਦਿੱਤਾ ਸੀ, ਕੈਲਸ਼ੀਅਮ ਵਾਲਾ ਵੀ, ਇਹਨਾਂ ਦੀਆਂ ਪ੍ਰੋਪਰਟੀਆਂ ਵੀ ਸੇਮ ਨੇ। ਤੇ ਕਲੋਰੀਨ, ਬ੍ਰੋਮੀਨ, ਹੈਲੋਜਨ ਫੈਮਿਲੀ ਹੈ, ਇਹਨਾਂ ਦੀ ਪ੍ਰੋਪਰਟੀ ਵੀ ਸੇਮ ਨੇ। ਇਸ ਵਿੱਚ ਦੇਖੋ ਵੈਸੇ ਵੀ ਜੇ ਆਪਾਂ ਨਾਰਮਲੀ ਦੇਖੀਏ ਤਾਂ ਇਹ ਦੋ ਆ, ਇਹ ਤਾਂ ਸੇਮ ਪ੍ਰੋਪਰਟੀ ਦੇ ਨੇ, ਸੇਮ ਗਰੁੱਪ ਦੇ ਨੇ, ਪਰ ਕ੍ਰੋਮੀਅਮ ਆ ਜੋ ਉਹ ਇਹਨਾਂ ਵਿੱਚੋਂ ਨਹੀਂ ਹੈ। ਤਾਂ ਇਹ ਤਾਂ ਵੈਸੇ ਵੀ ਡਿਫਰੈਂਟ ਹੋ ਗਏ, ਤਾਂ ਇਹ ਡਵਰਨੀਅਰ ਟਰਾਈਡਸ ਨਹੀਂ ਸੀ।
ਤਾਂ ਜੋ ਡਵਰਨੀਅਰ ਸੀ ਉਹ 3 ਤਿੱਕੜੀਆਂ ਬਣਾਉਣ 'ਚ ਹੀ ਕਾਮਯਾਬ ਹੋ ਗਿਆ ਸੀਗਾ। ਪਹਿਲੀ ਇਹ ਵਾਲੀ ਲੀਥੀਅਮ ਸੋਡੀਅਮ ਪੋਟਾਸ਼ੀਅਮ, ਸੈਕੰਡ ਵਾਲੀ ਕੈਲਸ਼ੀਅਮ ਵਾਲੀ, ਤੇ ਜਿਹੜੀ ਥਰਡ ਆ ਕਲੋਰੀਨ ਬਰੋਮੀਨ ਤੇ ਆਇਓਡੀਨ ਵਾਲੀ। ਪਰ ਇਸ ਤਰ੍ਹਾਂ ਦੀ ਉਸਨੇ ਕੋਈ ਤਿੱਕੜੀ ਨਹੀਂ ਬਣਾਈ ਸੀ। ਉਹ 9 ਐਲੀਮੈਂਟ ਆ 9 ਐਲੀਮੈਂਟ ਨੂੰ ਅਰੇਂਜ ਕਰਨ 'ਚ ਸਕਸੈਸਫੁਲ ਹੋ ਰਿਹਾ ਸੀ। ਤਾਂ ਬਾਕੀ ਉਸ ਦੀਆਂ ਲਿਮਿਟੇਸ਼ਨ ਸੀ ਕਿ ਉਹ 9 ਨੂੰ ਹੀ ਅਰੇਂਜ ਕਰ ਸਕਿਆ ਸੀ। ਨੈਕਸਟ ਦੇਖਦੇ ਹਾਂ, ਕਿਸੇ ਖਾਸ ਸੈੱਲ ਵਿੱਚ ਮੌਜੂਦ ਸਭ ਤੋਂ ਵੱਧ ਇਲੈਕਟ੍ਰੋਨਾਂ ਦੀ ਗਿਣਤੀ ਪਤਾ ਕਰਨ ਲਈ ਨਿਮਨਲਿਖਤ ਵਿੱਚੋਂ ਕਿਸ ਸੂਤਰ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਫਾਰਮੂਲਾ ਅਸੀਂ ਕਿਹੜਾ ਯੂਜ਼ ਕਰਦੇ ਹਾਂ? ਟੂ ਫਾਈਂਡ ਮੈਕਸਿਮਮ ਨੰਬਰ ਆਫ ਇਲੈਕਟ੍ਰੋਨ ਪਾਰਟੀਕੂਲਰ ਸੈੱਲ। ਤਾਂ ਸੈੱਲ ਵਿੱਚ ਮੈਕਸਿਮਮ ਨੰਬਰ ਕਿੰਨੇ ਹੋ ਸਕਦੇ ਹਨ? ਤਾਂ ਬੋਹਰ ਨੇ ਸਾਨੂੰ ਮਾਡਲ ਦਿੱਤਾ ਸੀ ਜਿਸ ਵਿੱਚ ਪਹਿਲਾ ਸ਼ੈਲ ਸੀ, ਇਹ ਨਿਊਕਲੀਅਸ ਸੀ, ਨਿਊਕਲੀਅਸ ਦੇ ਅਰਾਊਂਡ ਪਹਿਲਾ ਸ਼ੈਲ ਆ। ਤਾਂ ਪਹਿਲੇ ਲਈ n ਕਿੰਨਾ ਹੁੰਦਾ? 1 ਹੁੰਦਾ ਹੈ। ਤਾਂ ਇਸ ਦਾ ਫਾਰਮੂਲਾ ਕੀ ਹੈ? 2n²। ਤਾਂ ਅਸੀਂ 2n ਦੀ ਵੈਲੂ 1 ਪੁੱਟ ਕਰਾਂਗੇ ਤਾਂ 1 ਦਾ ਸਕੇਅਰ 1 ਹੀ ਹੁੰਦੀ ਹੈ, ਤਾਂ ਕਿੰਨੇ ਆ ਜਾਂਦੇ ਆ? 2। ਤਾਂ ਪਹਿਲੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? 2 ਇਲੈਕਟ੍ਰੋਨ ਪਹਿਲੇ ਸੈੱਲ। ਦੂਸਰਾ ਸੈੱਲ ਹੈ ਜੋ, ਉਸ ਵਾਸਤੇ n ਕਿੰਨਾ ਹੁੰਦਾ? 2 ਹੁੰਦਾ। ਤਾਂ ਇੱਥੇ ਜੇ ਅਗਰ 2 ਪੁੱਟ ਕਰਾਂਗੇ ਤਾਂ ਅਸੀਂ ਡਾਇਗਰਾਮ ਦੁਬਾਰਾ ਬਣਾ ਕੇ ਕਰ ਲੈਂਦੇ ਹਾਂ। ਤਾਂ ਦੇਖੋ ਪਹਿਲਾ ਸ਼ੈਲ ਹੋ ਗਿਆ ਜਿਸ ਵਿੱਚ 2 ਸੀ, ਇਹ ਦੂਸਰਾ ਸੈੱਲ ਆ, ਇਹ K ਸੈੱਲ ਸੀ, ਇਹ L ਆ। ਤਾਂ ਇਸ ਵਾਸਤੇ n ਦੀ ਵੈਲੂ ਕਿੰਨੀ ਹੁੰਦੀ ਹੈ? 2 ਹੁੰਦੀ ਹੈ। ਤਾਂ ਅਸੀਂ ਪੁੱਟ ਕਰਕੇ ਦੇਖ ਲੈਂਦੇ ਹਾਂ 2 ਦਾ ਸਕੇਅਰ। ਤਾਂ ਜੋ ਇਹ n ਹੈ, ਇਹ n ਦੀ ਜਗ੍ਹਾ ਕਿੰਨਾ ਪੁੱਟ ਕਰ ਦੇਣਾ? 2। ਤਾਂ 2 ਦਾ ਸਕੇਅਰ ਕਿੰਨਾ ਹੋ ਗਿਆ? 4 2 ਜਾਂ 8। ਤਾਂ 8 ਇਲੈਕਟ੍ਰੋਨ ਹੁੰਦੇ ਨੇ ਜੋ ਨੈਕਸਟ ਸੈੱਲ ਆ, ਦੂਸਰਾ ਸੈੱਲ ਹੈ। ਤਾਂ ਇਸ ਤਰ੍ਹਾਂ ਅਸੀਂ ਸੈੱਲ ਵਿੱਚ ਇਲੈਕਟ੍ਰੋਨ ਆ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿਸ ਸੂਤਰ ਰਾਹੀਂ? 2n ਦਾ ਸਕੇਅਰ ਰਾਹੀਂ ਸਾਨੂੰ ਮੈਕਸਿਮਮ ਇਲੈਕਟ੍ਰੋਨ ਆ ਉਹ ਪਤਾ ਲੱਗ ਜਾਂਦੇ ਨੇ। ਨੈਕਸਟ ਹੈ ਸਾਡਾ ਹੇਠ ਲਿਖਿਆਂ ਵਿੱਚੋਂ ਉਪਕਰਨ ਬਿਜਲੀ ਧਾਰਾ ਦੇ ਤਾਪਣ ਪ੍ਰਭਾਵ ਹੀਟਿੰਗ ਇਫੈਕਟ ਤੇ ਕੌਣ ਵਰਕ ਕਰਦਾ? ਤਾਂ ਦੇਖੋ ਟੋਸਟਰ ਆ ਜੋ ਸਾਡਾ ਹੀਟਰ ਹੈ, ਤਾਂ ਉਹ ਤਾਂ ਕਰੰਟ ਪਾਸ ਕਰਨ ਤੇ ਹੀਟ ਪ੍ਰੋਡਿਊਸ ਹੁੰਦੀ ਹੈ, ਉਸੇ 'ਤੇ ਵਰਕ ਕਰਦਾ। ਤਾਂ ਇਹ ਵੀ ਆਪਸ਼ਨ ਸਹੀ ਹੈ। ਨੈਕਸਟ ਹੈ ਜੋ ਪ੍ਰੈਸ ਹੈ, ਇਹ ਵੀ ਸਾਡਾ ਹੀਟ ਹੋਣ 'ਤੇ ਹੀ, ਇਲੈਕਟ੍ਰੀਸਿਟੀ ਪਾਸ ਕਰਨ 'ਤੇ ਹੀਟ ਹੋਣ 'ਤੇ ਹੀ ਵਰਕ ਕਰਦਾ ਹੈ। ਤਾਂ ਇਹ ਵੀ ਸਾਡਾ ਜੋ ਆਪਸ਼ਨ ਆ ਉਹ ਸਹੀ ਹੈ। ਹੀਟਰ ਸੇਮ ਹੀ ਹੈ, ਟੈਂਪਰੇਚਰ ਹੀ ਵੱਧਦਾ, ਇਸ ਵਿੱਚ ਵੀ ਹੀਟ ਹੀ ਪ੍ਰੋਡਿਊਸ ਹੁੰਦੀ ਆ ਇਲੈਕਟ੍ਰੀਸਿਟੀ ਨੇ। ਤਾਂ ਜੋ ਫੈਨ ਹੈ ਇਹ ਆਪਸ਼ਨ ਗਲਤ ਹੈ, ਕਿਉਂਕਿ ਫੈਨ ਆ ਜੋ ਉਹ ਮੋਟਰ ਦੇ ਪ੍ਰਿੰਸੀਪਲ ਫਲੈਮਿੰਗ 'ਤੇ ਵਰਕ ਕਰਦਾ ਹੈ। ਤਾਂ ਇਲੈਕਟ੍ਰੋਮੈਗਨੈਟਿਕ ਜੋ ਕਰੰਟ ਦਾ ਇਫੈਕਟ ਹੈ, ਮੈਗਨੈਟਿਕ ਇਫੈਕਟ ਆ, ਉਸ 'ਤੇ ਵਰਕ ਕਰਦਾ ਮੋਟਰ ਦੇ ਪ੍ਰਿੰਸੀਪਲ 'ਤੇ। ਤਾਂ ਹੀਟਿੰਗ ਇਫੈਕਟ 'ਤੇ ਨਹੀਂ ਵਰਕ ਕਰਦਾ। ਤਾਂ 4th ਆਪਸ਼ਨ ਸਾਡਾ ਆ ਜਾਏਗਾ।